45 ਅਧਿਆਏ ਉਹਦੀ 18 ਚ ਪੜਾਂਗੇ। पंताली 18 43 18 43 वर्सेस 18 जशाया 43 अध्याय ਉਹਦੀ 18 ਹੈ। ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ। ਉਹ ਕਹਿੰਦੇ ਜਿਹੜੀਆਂ ਪਹਿਲੀਆਂ ਗੱਲਾਂ ਸੀ, ਇੱਕ ਥੋੜੇ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ। ਪਹਿਲੀਆਂ ਗੱਲਾਂ ਜਦੋਂ ਪਹਿਲਾਂ ਕਿੱਦਾਂ ਚੱਲਦੇ ਸੀਗੇ, ਪਾਪ ਦੇ ਵਿੱਚ ਚੱਲਦੇ ਸੀ, ਗੁਨਾਹ ਦੇ ਵਿੱਚ ਚੱਲਦੇ ਸੀ, ਇੱਕ ਦੂਜੇ ਨਾਲ ਧੜੇਬਾਜ਼ੀ ਚੱਲਦੇ ਸੀਗੇ, ਇੱਕ ਦੂਜੇ ਨੂੰ ਘਾਟਾ ਦਿਖਾਉਣਾ ਚਾਹੁੰਦੇ ਸੀ। ਉਹ ਕਹਿੰਦੇ ਪਹਿਲੀਆਂ ਗੱਲਾਂ ਨੂੰ ਨਾ ਚੇਤੇ ਰੱਖੋ। ਪੜ੍ਹੀਏ ਦੁਬਾਰਾ ਫਿਰ। ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ। ਇੱਕ ਦੂਜੇ ਨੂੰ ਬਿਲਕੁਲ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰ, ਇੱਕ ਦੂਜੇ ਨੂੰ ਚੇਤੇ ਨਾ ਕਰ, ਉਹਨੂੰ ਛੱਡ ਦੇ, ਉਹਨੂੰ ਛੱਡ ਦੇ, ਦਿਲ ਚੋਂ ਕੱਢ ਦੇ ਬਾਹਰ। ਦਿਲ ਚੋਂ ਕੱਢ ਦੇ ਬਾਹਰ। ਪਹਿਲੀਆਂ ਗੱਲਾਂ ਚੇਤੇ ਨਾ ਕਰ। ਪਹਿਲੀਆਂ ਗੱਲਾਂ ਚੇਤੇ ਨਾ ਕਰ। ਤੁਸੀਂ ਵੀ ਕਹੋ ਉਹਦੇ ਸੋਨੂੰ ਕਹਿੰਦੇ ਨੇ, ਕਹਿ ਤੂੰ ਪਹਿਲੀਆਂ ਗੱਲਾਂ ਚੇਤੇ ਨਾ ਕਰ, ਪਹਿਲੀਆਂ ਗੱਲਾਂ ਚੇਤੇ ਨਾ ਕਰ, ਉਹਨੂੰ ਛੱਡ ਦਿਓ, ਉਹਨੂੰ ਛੱਡ ਦੇ। ਆਮੀਨ। ਹੁਣ ਪਹਿਲੀਆਂ ਗੱਲਾਂ ਲੈ ਕੇ ਬੈਠੇ ਆ, ਜਦੋਂ ਅਸੀਂ ਪਾਪ ਦੇ ਵਿੱਚ ਸੀ, ਗੁਨਾਹ ਦੇ ਵਿੱਚ ਸੀਗੇ, ਅਸੀਂ ਵਿਰੋਧ ਦੇ ਵਿੱਚ ਸੀ। ਹਾਲੇਲੂਇਆ, ਹਾਲੇਲੂਇਆ। ਉਹ ਗੱਲਾਂ ਦਾ ਕੀ ਬਣ ਗਿਆ? ਪੰਡ ਬਣ ਗਈ ਅੰਦਰ, ਪੰਡ। ਉਹ ਪੰਡ ਨੇ ਕੀ ਕੀਤਾ? ਅੰਦਰ ਪ੍ਰੋਬਲਮ ਖੜੀ ਕਰ ਦਿੱਤੀ। ਕਿਸ ਨੂੰ ਲੱਕ ਦਰਦ ਦੇ ਦਿੱਤਾ, ਕਿਸ ਨੂੰ ਹੱਡੀਆਂ ਦਾ ਦਰਦ ਦੇ ਦਿੱਤਾ, ਕਿਸ ਨੂੰ ਸਿਰ ਦਰਦ ਦੇ ਦਿੱਤਾ, ਕਿਸ ਨੂੰ ਕੋਈ ਬਿਮਾਰੀ ਤੇ ਪੰਡ ਦੇ ਨਾਲ। ਕਿਉਂਕਿ ਪੰਡ ਅੰਦਰ ਬੈਠੀ ਆ, ਪੰਡ ਦੇ ਵਿੱਚ ਉਹ ਗੱਲ ਘੁੰਮੀ ਜਾਂਦੀ ਅੰਦਰੋਂ, ਸਿਰ ਤੋਂ ਲੈ ਕੇ ਪੈਰਾਂ ਤੱਕ, ਦਿਮਾਗ ਤੱਕ ਉਹ ਘੁੰਮੀ ਜਾਂਦੀ ਅੰਦਰ। ਤਾਂ ਉਹਨੇ ਕੀ ਕਰਤਾ? ਪਰਮੇਸ਼ਰ ਦੀ ਗ੍ਰੇਸ ਨੂੰ ਲੀਕੇਜ ਕਰਤਾ ਤੁਹਾਡੇ ਨਾਲ। ਅੱਗੇ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ। ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ। ਪੁਰਾਣੀਆਂ ਗੱਲਾਂ ਨੂੰ ਨਾ ਸੋਚੋ। ਜਿਹੜੀਆਂ ਗੱਲਾਂ ਬੀਤ ਗਈਆਂ ਵਾ, ਉਹਨੂੰ ਕਰਨ ਦਾ ਕੋਈ ਫਾਇਦਾ ਹੀ ਨਹੀਂ। ਹਾਲੇਲੂਇਆ। ਜਿਹੜੀਆਂ ਗੱਲਾਂ ਬੀਤ ਚੁੱਕੀਆਂ ਜਾਂ ਤੁਸੀਂ ਛੱਡ ਆਏ ਆ, ਉਹਨੂੰ ਕਰਨ ਦਾ ਫਾਇਦਾ ਨਹੀਂ। ਔਰ ਮੈਂ ਪਰਮੇਸ਼ਰ ਦੇ ਬਚਨ ਤੋਂ ਇਹ ਸਿੱਖਿਆ ਵਾ ਕਿ ਜਿੱਥੇ ਵੀ ਕੋਈ ਗੱਲ ਹੋਵੇ ਜਾਂ ਕਿਸੇ ਝਗੜੇ ਦੀ ਚੰਗੀ ਜਾਂ ਮਾੜੀ, ਮੈਂ ਉੱਥੋਂ ਗੱਲ ਹੀ ਨਹੀਂ ਸ਼ੁਰੂ ਕਰਦਾ। ਹਾਲੇਲੂਇਆ। ਗੱਲ ਉੱਥੋਂ ਸ਼ੁਰੂ ਕਰੀ, ਨਵੀਂ ਗੱਲ ਵਾਸਤੇ। ਇਹ ਨਹੀਂ ਵੀ ਜੋ ਗੱਲ ਕਰਨਾ ਚਾਹੇ ਉਹਨੂੰ ਗੱਲ ਨੂੰ ਬਦਲ ਦੇਣਾ। ਗੱਲ ਕਿੱਥੋਂ ਕਰਨੀ? ਨਵੀਂ ਗੱਲ ਸ਼ੁਰੂ ਕਰਨੀ। ਜੇ ਕੋਈ ਵੀ ਗੱਲ ਆ, ਉੱਥੋਂ ਗੱਲ ਸ਼ੁਰੂ ਕਰਕੇ ਸ਼ੁਰੂ ਨਹੀਂ ਕਰਨੀ, ਗੱਲ ਨਵੀਂ ਗੱਲ ਕਰਨੀ ਆ, ਉਹ ਗੱਲ ਛੱਡ ਦੇਣੀ ਹੈ। ਔਰ ਜਿਹੜੀ ਗੱਲ ਤੁਹਾਡੇ ਆਤਮਿਕ ਸਰੀਰ ਨੂੰ, ਤੁਹਾਡੇ ਵਿੱਚੋਂ ਪਰਮੇਸ਼ਰ ਦੀ ਗ੍ਰੇਸ ਨੂੰ ਖਰਾਬ ਕਰੇ, ਉਸ ਗੱਲ ਨੂੰ ਛੱਡ ਦਿਓ, ਉਹਨੂੰ ਲੈ ਕੇ ਨਾ ਚੱਲੋ। ਜਿਹੜੀ ਗੱਲ ਤੁਹਾਨੂੰ ਪਰਮੇਸ਼ਰ ਦੇ ਨਾਮ, ਉਹਦੇ ਵਚਨ ਵਿੱਚ, ਉਹਦੇ ਮੱਸੇ ਵਿੱਚ ਵਧਣ ਤੋਂ ਰੋਕਦੀ ਆ, ਜੋ ਤੁਹਾਨੂੰ ਪਤਾ ਕਿ ਇਹ ਮੇਰੇ ਜੀਵਨ ਚੋਂ ਪਰਮੇਸ਼ਰ ਦੀ ਗ੍ਰੇਸ ਨੂੰ ਖਤਮ ਕਰ ਸਕਦੀ ਆ, ਉਹ ਗੱਲ ਨੂੰ ਛੱਡ ਦਿਓ, ਉਹਨੂੰ ਨਾਲ ਨਾ ਲੈ ਕੇ ਚੱਲੋ। ਜੇ ਤੁਹਾਡੇ ਨਾਲ ਕਿਸੇ ਨੇ ਬੁਰਾਈ ਕੀਤੀ, ਮਾੜਾ ਕੀਤਾ, ਪਰਮੇਸ਼ਰ ਦੇ ਵਚਨ ਚ ਕਹਿੰਦਾ ਬੁਰਾਈ ਦੇ ਵੱਟੇ ਬੁਰਾਈ ਨਾ, ਬੁਰਾਈ ਦੇ ਵੱਟੇ ਬੁਰਾਈ। ਉਹ ਕਹਿੰਦਾ ਭਲਾਈ ਨਾਲ ਜਿੱਤ ਲਾ, ਸੱਚਾਈ ਨਾਲ ਜਿੱਤ ਲਾ। ਜੇ ਤੁਸੀਂ ਵੀ ਬੁਰਾਈ ਕਰੋਗੇ ਤਾਂ ਤੁਹਾਡੇ ਚ ਤਾਂ ਉੱਥੇ ਕੀ ਫਰਕ ਪਏਗਾ? ਕਹਿੰਦਾ ਬੁਰਾਈ ਦੇ ਵੱਟੇ ਬੁਰਾਈ ਨਾ ਕਰ। ਉਹ ਜਿਹੜੀ ਪੁਰਾਣੀਆਂ ਗੱਲਾਂ ਸੀਗੀਆਂ ਉਹਨੂੰ ਛੱਡ ਦਿਓ। ਕੱਢੋ ਗੱਲ ਪੁਰਾਣੀ ਬਾਤ, ਇੱਥੋਂ ਭਰ ਕੇ ਕੱਢ ਲਓ, ਕੱਢੋ। ਸਰਵਸ਼ਕਤੀਮਾਨ ਪਰਮੇਸ਼ਰ, ਅੱਜ ਅਸੀਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚੋਂ ਕੱਢ ਦਿੰਦੇ ਆ, ਤੇਰੇ ਹੱਥਾਂ 'ਚ ਦਿੰਦੇ ਆ, ਯੀਸ਼ੂ ਦੇ ਨਾਮ, यीशु के नाम से आमीन, आमीन। जो बीत गया सो बीत गया गया। हालेलुया, हालेलुया। ਅੱਗੇ ਚੱਲੋ। ਕੱਲ ਕਿਸੇ ਨੇ ਨਹੀਂ ਦੇਖਿਆ। ਹਾਲੇਲੂਇਆ। ਕੱਲ ਕਿਸੇ ਨੇ ਦੇਖਿਆ, ਜੇ ਪਿੱਛੇ ਦੇਖ ਆਏ ਆ ਉਹਨੂੰ ਚੇਤੇ ਨਾ ਕਰੋ। ਜਿੰਨਾ ਚੇਤੇ ਕਰੋਗੇ ਥੱਲੇ ਨੂੰ ਜਾਊਗਾ। ਜੋ ਪਰਮੇਸ਼ਰ ਨੇ ਤੁਹਾਨੂੰ ਦੇ ਦਿੱਤਾ
ਉਸ ਵਿੱਚ ਖੁਸ਼ ਹੋਵੋ। ਉਸ ਤੋਂ ਅੱਗੇ ਕਹੋ ਪਰਮੇਸ਼ਰ ਸਾਨੂੰ ਹੋਰ ਵਧਾ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ। ਜਾਨੀ ਕਿ ਜਿੰਨਾ ਚਿਕਰ ਤੁਸੀਂ ਵਾਧੂ ਕਚਰਾ ਲੈ ਕੇ ਨਾਲ ਘੁੰਮਦੇ ਆ, ਪੰਡ ਲੈ ਕੇ ਘੁੰਮਦੇ ਆ, ਉਹਨਾਂ ਚਿਕਰ ਤੁਸੀਂ ਬਲੈਸ ਨਹੀਂ ਹੋ ਸਕਦੇ, ਤੁਸੀਂ ਚੰਗੇ ਨਹੀਂ ਹੋ ਸਕਦੇ। ਕਿਉਂਕਿ ਪ੍ਰਭੂ ਯੀਸ਼ੂ ਨੇ ਕਿਹਾ, ਕਹਿੰਦਾ ਇੱਕ ਦੂਜੇ ਨੂੰ ਮਾਫ ਕਰੋ, ਹਨਾ। ਹਾਲੇਲੂਇਆ, ਹਾਲੇਲੂਇਆ। ਇੱਕ ਦੂਜੇ ਨੂੰ ਕੀ ਕਰੋ? ਮਾਫ ਕਰੋ, ਔਰ ਇੱਕ ਦੂਜੇ ਲਈ ਪ੍ਰਾਰਥਨਾ ਕਰੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਜਦੋਂ ਇੱਕ ਦਿਨ ਬੀਤ ਗਿਆ, ਸ਼ਾਮ ਨੂੰ ਬੀਤ ਗਈ ਆ, ਪ੍ਰਾਰਥਨਾ ਕਰਕੇ ਸਾਰੀਆਂ ਗੱਲਾਂ ਡਰਾਅ ਕਰ ਦਿਓ, ਬਾਹਰ ਕੱਢੋ। ਹਾਲੇਲੂਇਆ। ਔਰ ਜਦੋਂ ਰਾਤ ਨੂੰ ਲੈ ਕੇ ਉਹਨੂੰ ਸੌ ਜਾਂਦੇ ਆ, ਤੂੰ ਪੰਡ ਕੀ ਕਰਦੀ ਵੀ ਅੰਦਰ ਕੋਈ ਨਾ ਕੋਈ ਚੁੰਗਲੀ ਵਾੜੀ ਹੁੰਦੀ ਹੈ, ਸਵੇਰ ਨੂੰ ਫਿਰ ਮੰਜੇ ਤੇ ਭੇਜਦੇ। ਪਰਮੇਸ਼ਰ ਦੇ ਵਚਨ ਵਿੱਚ ਕਹਿੰਦਾ ਤੁਹਾਡਾ ਗੁੱਸਾ ਸੂਰਜ ਡੁੱਬਣ ਤੋਂ ਪਹਿਲਾਂ ਖਤਮ ਹੋ ਜਾਵੇ, ਹਨਾ। ਤੁਹਾਡਾ ਗੁੱਸਾ ਸੂਰਜ ਡੁੱਬਣ ਤੋਂ ਪਹਿਲਾਂ ਕੀ ਹੋਵੇ? ਖਤਮ ਹੋ। ਇੱਕ ਦੂਜੇ ਵੱਲ ਉਂਗਲ ਚੱਕਣੀ ਬੰਦ ਕਰ ਦਿਓ। ਔਰ ਪ੍ਰਭੂ ਯੀਸ਼ੂ ਨੇ ਕਿਹਾ ਸੀ ਕਿ ਤਾਂ ਪਹਿਲਾ ਪੱਥਰ ਉਹ ਮਾਰੇ ਜਿਹਨੇ ਕੋਈ ਪਾਪ ਨਹੀਂ ਕੀਤਾ। ਉਹ ਸਾਰੇ ਚੱਲ ਗਏ। ਜਿਹੜੀ ਔਰਤ ਗੁਨਾਹ ਕਰਦੀ ਫੜੀ ਗਈ ਸੀ, ਇਲਜ਼ਾਮ ਲੱਗਾ ਸੀ ਵੀ ਗੁਨਾਹ ਕਰਦੀ ਫੜੀ ਗਈ ਆ ਔਰ ਇਹਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ। ਔਰ ਪ੍ਰਭੂ ਯੀਸ਼ੂ ਨੇ ਕੀ ਕਿਹਾ? ਥੱਲੇ ਉਂਗਲ ਮੈਂ ਕੁਝ ਲਿਖ ਕੇ ਕਿਹਾ, ਕਹਿੰਦਾ ਪਹਿਲਾ ਪੱਥਰ ਉਹ ਮਾਰੇ ਜਿਹਨੇ ਕੋਈ ਪਾਪ ਨਹੀਂ ਕੀਤਾ। ਤਾਂ ਤੁਸੀਂ ਮੈਂ ਇੱਕ ਦੂਜੇ ਦੇ ਪੱਥਰ ਮਾਰਨ ਵਾਲੇ ਕੌਣ ਹਾਂ? ਅਸੀਂ ਵਿਚਾਰ ਕਰ ਸਕਦੇ ਹਾਂ, ਅਸੀਂ ਦੱਸ ਸਕਦੇ ਭਾਈ ਇਹ ਗਲਤ ਆ, ਵਚਨ ਚ ਆ ਲਿਖਿਆ, ਪਰ ਅਸੀਂ ਨਿਆਂ ਨਹੀਂ ਕਰ ਸਕਦੇ, ਹਨਾ। ਅਸੀਂ ਪੱਥਰ ਨਹੀਂ ਮਾਰ ਸਕਦੇ, ਅਸੀਂ ਵਚਨ ਅਨੁਸਾਰ ਸਿੱਖਿਆ ਦੇ ਸਕਦੇ ਹਾਂ। ਤੂੰ ਝੂਠ ਨਾ ਬੋਲ, ਤੂੰ ਵਿਚਾਰ ਨਾ ਕਰ, ਤੂੰ ਚੁਗਲੀ ਨਿੰਦਿਆ ਨਾ ਕਰ, ਤੂੰ ਬੁਰਾਈ ਨਾ ਕਰ, ਤੂੰ ਪਰਮੇਸ਼ਰ ਨਾਲ ਵਫਾਦਾਰ ਨਾਲ ਚੱਲ, ਆਗਿਆ ਕਰਨਾ ਚੱਲ। ਅਸੀਂ ਵਿਚਾਰ ਕਰ ਸਕਦੇ, ਅਸੀਂ ਪਰਮੇਸ਼ਰ ਦੇ ਵਚਨ ਅਨੁਸਾਰ ਦੱਸ ਸਕਦੇ ਹਾਂ। ਹਾਲੇਲੂਇਆ, ਹਾਲੇਲੂਇਆ। ਕਿੰਨੇ ਨੇ ਕਹਿੰਦੇ ਸੀ ਪਾਪੀ ਹਾਂ? ਹੱਥ ਖੜਾ ਕਰੋ। ਕਿੰਨਾ ਪਾਪੀ ਹੈ ਤੁਸੀਂ? ਹੈ ਕਿੰਨਾ ਪਾਪੀ? ਹਾਲੇਲੂਇਆ। ਤੁਸੀਂ ਤਾਂ ਤੌਬਾ ਕਰ ਚੁੱਕੇ, ਬਪਤਿਸਮਾ ਲੈ ਕੇ ਚੁੱਕੇ, ਤੁਸੀਂ ਕਿੰਨਾ ਪਾਪੀ ਹੋ? ਤੌਬਾ ਕਿੰਨੇ ਨੇ ਕੀਤੀ? ਬਪਤਿਸਮਾ ਕਿੰਨੇ ਲਈ? ਹੱਲੇ ਵੀ ਪਾਪੀ ਆ। ਹਾਲੇਲੂਇਆ। ਹੱਲੇ ਵੀ ਪਾਪੀ ਦੇ ਪਾਪੀ ਹੈ। ਤੁਸੀਂ ਤੌਬਾ ਕਰ ਚੁੱਕੇ, ਬਪਤਿਸਮਾ ਲੈ ਚੁੱਕੇ, ਹੱਥ ਖੜਾ ਕਰੀ ਜਾਂਦੇ ਅਸੀਂ ਪਾਪੀ ਹਾਂ। ਬੋਲੇ ਤਾਂ ਸੱਚ ਆ, ਤੁਸੀਂ ਵਚਨ ਦੀ ਅਣਗਹਿਲੀ ਕੀਤੀ ਹੈ। ਕਿਉਂ ਹੱਲੇ ਵੀ ਤੁਹਾਨੂੰ ਲੱਗਦਾ ਸੀ ਪਾਪੀ ਹਾਂ? ਹਾਲੇਲੂਇਆ। ਕਿਉਂਕਿ ਜਦੋਂ ਤੌਬਾ ਕੀਤੀ ਸੀ, ਬਪਤਿਸਮਾ ਲਿਆ ਸੀ, ਪਾਪਾਂ ਦਾ ਕੀ ਮੰਗੀ ਸੀ? ਮਾਫੀ ਮੰਗੀ ਕਿ ਅੱਜ ਤੋਂ ਬਾਅਦ ਅਸੀਂ ਪਾਪ ਨਹੀਂ ਕਰਾਂਗੇ, ਅਸੀਂ ਆਗਿਆਕਾਰੀ ਚੱਲਾਂਗੇ। ਯਾਦ ਕਰੋ ਇਸ ਚੀਜ਼ ਨੂੰ ਕਿ ਅੱਜ ਤੋਂ ਬਾਅਦ ਅਸੀਂ ਤੇਰੀ ਵਚਨ, ਤੇਰੀ ਹਜ਼ੂਰੀ ਨਾਲ ਪਿਆਰ ਕਰਾਂਗੇ, ਤੇਰੇ ਕੰਮਾਂ ਨੂੰ ਕਰਾਂਗੇ, ਤੇਰੇ ਭਵਨ ਲਈ ਉੱਠਾਂਗੇ। ਇਹ ਵਾਅਦੇ ਕੀਤੇ ਵੀ ਤੇਰਾ ਕੰਮ ਨਹੀਂ, ਕੰਮ ਅੱਗੇ ਤੇਰੀ ਸੇਵਾ ਨੂੰ ਅੱਗੇ ਲੈ ਕੇ ਚੱਲਾਂਗੇ। ਹਾਲੇਲੂਇਆ, ਹਾਲੇਲੂਇਆ। ਅਸੀਂ ਤੌਬਾ ਕਰ ਚੁੱਕੇ ਨਾ, ਬਪਤਿਸਮਾ ਲੈ ਚੁੱਕੇ ਹਾਂ। ਉੱਥੇ ਪ੍ਰਭੂ ਦੇ ਵਚਨ ਲਿਖਿਆ ਕਿ ਪ੍ਰਭੂ ਮਾਫ ਕਰਨ ਵਾਲਾ, ਉਹਦੇ ਪਵਿੱਤਰ ਲਹੂ ਦੇ ਨਾਲ ਸਾਨੂੰ ਪਾਪਾਂ ਤੋਂ ਮਾਫੀ ਮਿਲ ਚੁੱਕੀ ਹੈ ਨਾ। ਹੁਣ ਚੱਕਰ ਕੀ ਆ? ਤੁਸੀਂ ਤੌਬਾ ਵੀ ਕਰ ਚੁੱਕੇ ਆ, ਪਾਪਾਂ ਦੀ ਮਾਫੀ ਵੀ ਮਿਲ ਚੁੱਕੀ ਆ। ਕਿਉਂ ਤੁਹਾਡੇ ਹੱਥ ਖੜੇ ਕਿ ਤੁਸੀਂ ਪਾਪੀ ਆ? ਕਿਉਂ ਹੱਥ ਖੜੇ ਤੁਹਾਡੇ ਤੁਸੀਂ ਪਾਪੀ ਆ? ਹਾਲੇਲੂਇਆ। ਕਿਉਂਕਿ ਤੁਸੀਂ ਹਜ਼ੂਰੀ ਚ ਵੀ ਆਏ ਆ, ਵਚਨ ਵੀ ਸੁਣਿਆ ਪਰ ਅਮਲ ਨਹੀਂ ਕੀਤਾ। ਤੁਸੀਂ ਪਾਪੀ ਕਿਉਂ? ਤਾਂ ਵਾ ਕਿ ਤੁਸੀਂ ਉਸ ਪਾਪ ਨੂੰ ਕੈਰੀ ਕਰਕੇ ਨਾਲ ਚੱਲਦੇ ਪਏ ਆ। ਜਿਹੜਾ ਪਾਪ ਤੁਸੀਂ ਤੌਬਾ ਕਰਕੇ ਬਪਤਿਸਮਾ ਲੈ ਕੇ ਛੱਡਣਾ ਸੀਗਾ, ਉਹ ਪਾਪ ਨਾਲ ਲੈ ਕੇ ਹੱਲੇ ਵੀ ਸਫ਼ਰ ਕਰਦੇ ਪਏ, ਹਨਾ। ਜਿਹੜੇ ਪਾਪ ਨੂੰ ਤੌਬਾ ਕਰਕੇ ਬਪਤਿਸਮਾ ਲੈ ਕੇ ਛੱਡਣਾ ਸੀ, ਉਹ ਪਾਪ ਨੂੰ ਛੱਡ ਕੇ ਅੱਗੇ ਵਧਣਾ ਸੀ, ਪਰ ਉਸ ਪਾਪ ਨੂੰ, ਨਸ਼ੇ ਨੂੰ, ਚੁਗਲੀ ਨੂੰ,
ਵਿਚਾਰ ਨੂੰ ਗੰਦਾ ਬੋਲਣਾ, ਗਾਲਾਂ ਕੱਢਣੀਆਂ, ਇੱਕ ਦੂਜੇ ਪ੍ਰਤੀ ਬੁਰੀ ਭਾਵਨਾ ਰੱਖਣੀ, ਇੱਕ ਦੂਜੇ ਨੂੰ ਨੀਚਾ ਦਿਖਾਉਣਾ, ਜਾਣੀ ਕਿ ਇਹ ਚੀਜ਼ਾਂ ਹੱਲੇ ਵੀ ਕੰਮ ਤੁਹਾਡੇ ਨਾਲ ਲੈ ਕੇ ਚੱਲਦੇ ਹਨ। ਔਰ ਸਭ ਤੋਂ ਵੱਡੀ ਗੱਲ ਆ ਕਿ ਪ੍ਰਭੂ ਨਾਲ ਵਾਅਦਾ ਕੀਤਾ ਤੋੜ ਲਿਆ। ਤੁਸੀਂ ਤਾਂ ਪਾਸਟਰ ਦੀ ਦਾਦੇ ਤੇ ਪਰਮੇਸ਼ਰ ਨੂੰ ਕਿੱਥੇ ਡਰਨਾ ਨਹੀਂ। ਹਾਲੇਲੂਇਆ। ਜਿਹੜਾ ਵਿਸ਼ਵਾਸੀ, ਜਿਹੜਾ ਪ੍ਰਭੂ ਪ੍ਰੇਮੀ ਆਪਣੇ ਪਾਸਟਰ ਦੀ ਅਧੀਨਗੀ ਨਹੀਂ, ਪਰ ਉਦੋਂ ਡਰਦਾ, ਪਰਮੇਸ਼ਰ ਨੂੰ ਕਿੱਥੇ ਡਰਦਾ? ਉਹਦੇ ਡਰ ਹੀ ਸਕਦਾ। ਹਾਲੇਲੂਇਆ। ਜੋ ਪਰਮੇਸ਼ਰ ਆਤਮਾ ਉਹਦੇ ਦਾਸ ਦੁਆਰਾ ਬੋਲਦਾ, ਉਹਦੀ ਗੱਲ ਹੀ ਨਹੀਂ ਸੁਣਦੇ ਤੁਸੀਂ, ਉਹ ਪਰਮੇਸ਼ਰ ਦੀ ਗੱਲ ਆ। ਪਰਮੇਸ਼ਰ ਕਹਿੰਦਾ ਬੋਲਣ ਵਾਲਾ ਕੌਣ ਆ? ਮੇਰਾ ਦਾਸ ਹੈ। ਪਤਾ ਵੀ ਆ। ਹਾਲੇਲੂਇਆ। ਔਰ ਉਹ ਪਾਪ ਕੀਆ ਨਾਲ ਲੈ ਕੇ ਚੱਲਦੇ, ਕੈਰੀ ਕਰਕੇ ਚੱਲਦੇ ਆ, ਪਰ ਹੱਲੇ ਵੀ ਸੋਚਾਂ 'ਚ ਪਏ ਆ, ਹੱਲੇ ਵੀ ਕਰਦੇ ਆ ਵੀ ਹਾਂ ਵੀ ਇੱਦਾਂ ਨਹੀਂ ਕਰਨੀ, ਉੱਦਾਂ ਨਹੀਂ ਕਰਨੀ, ਆਹ ਨਹੀਂ ਕਰਨੀ, ਮੈਂ ਇਹਨੂੰ ਨਹੀਂ ਬੁਲਾਉਣਾ, ਆਹ ਨਹੀਂ ਕਰਨੀ, ਉਹ ਨਹੀਂ ਕਰਨੀ। ਕਿਉਂ? ਕਿਉਂਕਿ ਵਚਨ ਪੜਿਆ ਪਰ ਵਚਨ ਤੇ ਅਮਲ ਨਹੀਂ ਕੀਤਾ। ਹੁਣ ਇੱਕ ਵਿਸ਼ਵਾਸੀ, ਇੱਕ ਪਵਿੱਤਰ ਆਤਮਾ ਪਾਇਆ ਬੰਦਾ ਹੱਲੇ ਵੀ ਘਰੇ ਤੜਫਣ ਡਿਆ ਵਾ, ਹੱਲੇ ਵੀ ਘਰੇ ਰੋਂਦਾ ਪਿਆ ਵਾ, ਉਹਦਾ ਧਿਆਨ ਪ੍ਰਾਰਥਨਾ ਤੋਂ ਵਚਨ ਤੋਂ ਫਟਿਆ ਵਾ। ਵਚਨ ਚ ਲਿਖਿਆ ਪ੍ਰਭੂ ਯਿਸੂ ਦੇ ਕੋੜੇ ਖਾਣ ਨਾਲ ਚੰਗੇ ਤੇ ਨਰੋਈ ਕੀਤੇ, ਫੇਰ ਭੁੱਲ ਕੇ ਬੈਠਾ, ਏ ਬਿਮਾਰਿਆ, ਇਹ ਨਹੀਂ ਕਹਿਣਾ ਪ੍ਰਭੂ ਯਿਸੂ ਤੇਰੇ ਕੋੜੇ ਖਾਣ ਨਾਲ ਮੈਂ ਚੰਗਾ ਤਾਂ ਨਰੋਇਆ ਕੀਤਾ ਗਿਆ, ਮੈਂ ਚੰਗੀ ਤੇ ਨਰੋਈ ਕੀਤੀ ਗਈ। ਤੇਰੇ ਵਚਨ ਚ ਲਿਖਿਆ ਹੈ। ਪਤਾ ਕਿ ਵਚਨ ਸੱਚਾ ਹੈ, ਝੂਠਾ ਨਹੀਂ ਗਾ, ਪਰ ਵਚਨ ਪਤਾ ਨਹੀਂ, ਬਿਮਾਰੀ ਲੈ ਕੇ ਬੈਠੇ ਆ, ਪ੍ਰਾਰਥਨਾ ਕਰਦੇ ਨਹੀਂ, ਵਚਨ ਦਾ ਪਤਾ ਨਹੀਂ, ਵਰਸਸ ਬੋਲਣੇ ਨਹੀਂ, ਵਚਨ ਜੋ ਗੱਲਬਾਤ ਨਹੀਂ ਕਰਨੀ, ਚੰਗੇ ਵੀ ਕੀ। ਪਾਸਟਰ ਨੇ ਪ੍ਰਾਰਥਨਾ ਕੀਤੀ ਹੈ, 2 ਦਿਨ ਲੰਘ ਗਏ ਆ, ਮੁੜ ਕੇ ਤੁਰ ਫਿਰ ਕੇ ਨੰਗਾ ਲਈ ਆ, ਤੇ ਮੁੜ ਕੇ ਪ੍ਰਾਰਥਨਾ ਫਾਸਟਿੰਗ ਕੀਤੀ। ਹਾਲੇਲੂਇਆ। ਗੱਲਾਂ ਸਵਰਗ ਦੀਆਂ ਬੋਲ ਕਰਨੀਆਂ, ਪਰ ਵਚਨ ਨਹੀਂ ਪੂਰਾ ਕਰਨਾ। ਮਾਫ ਨਹੀਂ ਕਰਨਾ ਇੱਕ ਦੂਜੇ ਨੂੰ, ਦੋਸ਼ ਲਾਈ ਜਾਣਾ ਇੱਕ ਦੂਜੇ ਤੇ, ਤੂੰ ਚੋਰ, ਤੂੰ ਹੈਗਾ ਪਾਪੀ, ਉਹਨੇ ਕਹਿਣਾ ਤੂੰ ਪਾਪੀ, ਉਹਨੇ ਕਹਿਣਾ ਤੂੰ ਪਾਪੀ, ਤੂੰ ਚੋਰ, ਤੂੰ ਪਾਪੀ, ਤੂੰ ਪ੍ਰਾਰਥਨਾ ਕਰਦਾ। ਰੋਮੀਓ ਕਿੰਨਾ ਦੇ ਸੀਗਾ? ਹਾਲੇਲੂਇਆ। ਰੋਮੀਓ 2:1-3 ਪੜ੍ਹੀਏ। ਸੋ ਹੀ ਮਨੁੱਖ ਤੂੰ ਭਾਵੇਂ ਕੋਈ ਹੋਵੇ, ਕਹਿੰਦਾ ਸੋ ਹੇ ਮਨੁੱਖ ਤੂੰ ਭਾਵੇਂ ਕੋਈ ਹੋਵੇ, ਕੋਈ ਵੱਡਾ ਅਹੁਦੇਦਾਰ ਆ, ਤੂੰ ਕਿੱਡਾ ਵੱਡਾ ਪਾਸਟਰ ਆ, ਜਾਂ ਕਿੱਡਾ ਵੱਡਾ ਵਿਸ਼ਵਾਸੀ ਆ, ਤੂੰ ਕਿੰਨੀਆਂ ਕੁ ਆਤਮਾ ਪਾਇਆ, ਤੂੰ ਦਾਨ ਵਰਦਾਨ ਪਾਏ ਆ, ਤੂੰ ਪ੍ਰਾਰਥਨਾ ਕਿੰਨੀਆਂ ਕਰਦਾ। ਕਹਿੰਦਾ ਹੇ ਮਨੁੱਖ ਭਾਵੇਂ ਤੂੰ ਕੋਈ ਵੀ ਹੋਵੇ, ਜੋ ਦੋਸ਼ ਲਾਉਂਦਾ ਹੈ, ਜੋ ਦੋਸ਼ ਲਾਉਂਦਾ ਹੈ, ਤੇਰੇ ਲਈ ਕੋਈ ਉਜ਼ਰ ਨਹੀਂ। ਕਹਿੰਦਾ ਤੇਰੇ ਲਈ ਕੋਈ ਰਾਹ, ਕੋਈ ਉਜ਼ਰ ਨਹੀਂ। ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈ, ਕਹਿੰਦਾ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈ, ਉਸ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ। ਕਹਿੰਦਾ ਉਸ ਵਿੱਚ ਤੂੰ ਆਪਣੇ ਆਪ ਨੂੰ ਕੀ ਆ? ਦੋਸ਼ੀ ਠਹਿਰਾਉਂਦਾ ਹੈ। ਕਿਉਂਕਿ ਜਿਹੜਾ ਤੂੰ ਦੋਸ਼ ਲਾਉਂਦਾ ਉਹੀ ਕੰਮ ਤਾਂ ਤੂੰ ਕਰੀ ਜਾਂਦਾ। ਕਦੀ ਆਪਣੇ ਨਾਲ ਉਂਗਲ ਕਰਕੇ ਦੇਖੀ ਕਿ ਸਾਡੇ 'ਚ ਕਿੱਥੇ ਕਮੀ ਹੈ। ਜੇ ਤਾਂ ਅਸੀਂ ਬਹੁਤ ਪ੍ਰਾਰਥਨਾ ਕਰਦੇ ਹੋਈਏ, ਅਸੀਂ ਚਰਚ 'ਚ ਪੂਰੀ ਤਰ੍ਹਾਂ ਵਫਾਦਾਰ ਨਾਲ ਚੱਲਦੇ ਹੋਈਏ, ਸਾਡੇ ਦਾਨ ਦਾ ਸਬੰਧ ਪੂਰੀ ਤਰ੍ਹਾਂ ਅਸੀਂ ਦਿੰਦੇ ਹੋਈਏ, ਜਾਂ ਅਸੀਂ ਫਾਸਟਿੰਗ ਪੂਰੀ ਕਰਦੇ, ਵਚਨ ਪੂਰਾ ਪੜ੍ਹਦੇ ਹੋਈਏ, ਇਹ ਤਾਂ ਅਸੀਂ ਖਰਚ ਕਰ ਸਕਦੇ ਹੋ ਕੇ ਕਰ ਸਕਦੇ ਪ੍ਰਭੂ ਅਸੀਂ ਸਹੀ ਚੱਲਦੇ ਹਾਂ। ਕਹਿ ਸਕਦੇ ਹਾਂ ਆਪਣੇ ਤਰ੍ਹਾਂ ਰੱਖੀ ਪ੍ਰਭੂ ਅਸੀਂ ਪੂਰੀ ਸੰਪੂਰਨਤਾ ਨਾਲ ਚੱਲਦੇ ਹਾਂ। ਹਾਲੇਲੂਇਆ। ਕਿੰਨੇ ਨਾਲ ਪੜ੍ਹੀਏ? ਫਿਰ ਹੇ ਮਨੁੱਖ ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈ, ਆਪ ਉਹ ਕੰਮ ਕਰਦਾ ਹੈ, ਭਲਾ ਤੂੰ ਇਹ ਸਮਝਦਾ ਹੈ ਕਿ ਪਰਮੇਸ਼ਰ ਦੇ ਦੰਡ ਤੋਂ ਬਚ ਨਿਕਲੇਗਾ? ਕਹਿੰਦਾ ਤੂੰ ਦੂਏ ਤੇ ਦੋਸ਼ ਲਾਉਣਾ ਕਿ ਇਹ ਪਾਪੀ ਆ, ਇਹ ਗੁਨਾਹਗਾਰ ਆ। ਕਹਿੰਦਾ ਆਪ ਤੂੰ ਸਹੀ ਆ, ਕਿ ਤੂੰ ਆਪ ਸਹੀ ਚੱਲਦਾ ਵਾ? ਤੂੰ ਕਿਸੇ ਤੇ ਉਂਗਲ ਚੱਕੀ ਆ ਵੀ ਤੂੰ ਆਪਣੇ ਜੀਵਨ ਨੂੰ ਸੁਧਾਰ ਲਿਆ ਵਾ, ਕਿ ਤੂੰ ਵਚਨ ਅਨੁਸਾਰ ਚੱਲਦਾ ਵਾ, ਕਿ ਤੂੰ ਪ੍ਰਭੂ ਦੀ ਗੱਲ ਨੂੰ ਮੰਨਿਆ ਵਾ, ਕਿ ਤੂੰ ਆਗਿਆਕਾਰੀ ਕੀਤੀ ਆ, ਕਿ ਤੂੰ ਵਫਾਦਾਰ ਨਾਲ ਚੱਲਿਆ ਵਾ। ਹਾਲੇਲੂਇਆ। ਦੁਬਾਰਾ ਪੜ੍ਹੀਏ।
ਫਿਰ हे ਮਨੁੱਖ, ਕਹਿੰਦਾ ਫਿਰ हे ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਕਹਿੰਦਾ ਹੈ, ਜਿਹੜੇ ਇਹੋ ਜਿਹੇ ਕੰਮ ਕਰ ਤੂੰ ਦੋਸ਼ ਲਾਉਣਾ ਹੈ, ਆਪ ਉਹ ਕੰਮ ਕਰਦਾ ਹੈ। ਆਪ ਉਹ ਕੰਮ ਕਰਦਾ ਹੈ। ਭਲਾ ਤੂੰ ਇਹ ਸਮਝਦਾ ਹੈ ਭਲਾ ਤੂੰ ਇਹ ਸਮਝਦਾ ਹੈ ਕਿ ਪਰਮੇਸ਼ਰ ਦੇ ਦੰਡ ਤੋਂ ਬਚ ਨਿਕਲੇਗਾ? ਪਰਮੇਸ਼ਰ ਦੇ ਦੰਡ ਤੋਂ ਬਚ ਨਿਕਲੇਗਾ। ਕਹਿੰਦਾ ਜੇ ਤੂੰ ਆਪ ਵੀ ਪਾਪ ਕਰਦਾ ਤਾਂ ਅਗਲੇ ਤੇ ਦੋਸ਼ ਲਾਈ ਜਾਂਦਾ। ਕਹਿੰਦਾ ਫਿਰ ਤੂੰ ਵੀ ਪਾਪ ਦਾ ਅਧਿਕਾਰੀ ਆ, ਔਰ ਤੇਰੇ ਤੇ ਵੀ ਦੰਡ ਹੋਊਗਾ। 2 ਐਤ ਪੜ੍ਹ ਲਈਏ, 2 ਐਤ ਪੜ੍ਹ ਗਏ ਜੀ, ਇੱਕ ਦੀ 3 ਦੀ 2 ਪੜ੍ਹੀ, ਦੋ ਦੀ ਤਿੰਨ ਪੜੀ। 2 ਦੀ 3 ਪੜ੍ਹੀਏ, ਰੋਮੀਆਂ 2 ਦੀ 2 ਪੜ੍ਹਦੀ। ਅਸੀਂ ਜਾਣਦੇ ਹਾਂ ਕਿ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਰ ਦਾ ਦੰਡ ਯਥਾਰਥ ਹੈ। ਕਹਿੰਦਾ ਜਿਹੜੇ ਇਹੋ ਜਿਹੇ ਕੰਮ ਕਰਦੇ ਆ, ਚੁਗਲੀ ਨਿੰਦਿਆ, ਇੱਕ ਦੂਜੇ ਦੇ ਵਿਰੋਧ ਕਰਦੇ ਆ, ਦੋਸ਼ ਲਾਉਂਦੇ ਆ, ਕਹਿੰਦਾ ਉਹਨਾਂ ਤੇ ਕੀ ਦੰਡ ਕੀ ਆ? ਪੱਕਾ ਸਜ਼ਾ ਦਾ ਹੁਕਮ ਪੱਕਾ। ਇਸ ਕਰਕੇ ਇੱਕ ਦੂਜੇ ਦੀਆਂ ਕਮੀਆਂ ਫੜਨੀਆਂ, ਕਮਜ਼ੋਰੀਆਂ ਫੜਨੀਆਂ ਬੰਦ ਕਰਕੇ ਆਪਣੀਆਂ ਕਮੀਆਂ ਵੱਲ ਧਿਆਨ ਦਿਓ। ਆਪਣੇ ਵੱਲ ਧਿਆਨ ਦਿਓ ਕਿ ਮੇਰੇ ਵਿੱਚ ਕੀ ਕਮੀ ਹੈ, ਮੇਰੇ ਵਿੱਚ ਕਿਹੜਾ ਪਾਪ ਹੈ ਹੱਲੇ ਵੀ, ਮੈਂ ਕਿੱਦਾਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰ ਸਕਦੀ ਹਾਂ, ਮੈਂ ਕਿੱਦਾਂ ਸੇਵਕਾਈ ਦੇ ਵਿੱਚ ਸੰਪੂਰਨਤਾ ਨਾਲ ਚੱਲ ਸਕਦਾ ਹਾਂ, ਮੈਂ ਕਿੱਦਾਂ ਸੰਗਤੀ ਦੇ ਵਿੱਚ ਟਾਈਮ ਸਿਰ ਚੱਲ ਸਕਦੇ ਹਾਂ, ਕਿੱਦਾਂ ਪ੍ਰਭੂ ਦੇ ਵਚਨਾਂ ਨੂੰ ਪੂਰਾ ਕਰ ਸਕਦੇ ਹਾਂ। ਉਹ ਕਮੀਆਂ ਦੇਖ ਕੇ ਆਪਣੇ ਵਿੱਚੋਂ ਕਮੀਆਂ ਕੱਢਣੀਆਂ ਸ਼ੁਰੂ ਕਰੇ। ਫਿਰ ਤੁਸੀਂ ਅਗਲੇ ਨੂੰ ਕਹੇ ਭਾਈ ਤੂੰ ਇਦਾਂ ਕਰਦਾ ਵਾ ਚਰਚ ਦੇ ਵਿੱਚ, ਤੂੰ ਸਹੀ ਹੋ, ਇਹ ਗਲਤ ਆ ਪਰਮੇਸ਼ਰ ਦੇ ਵਚਨ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਧਿਆਨ ਨਾਲ ਨਹੀਂ ਸਮਝਦੇ, ਸੁਣਦੇ, ਅਮਲ ਕਰਦੇ ਔਰ ਚੱਲਦੇ, ਉਹਨਾਂ ਚਿਰ ਅਸੀਂ 1 ਮਹੀਨੇ ਦੇ ਵਿੱਚ ਵੀ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ। ਜੇ ਅੱਜ ਪੁੱਛਿਆ ਗਿਆ ਵੀ ਪ੍ਰਾਰਥਨਾ ਕਿੰਨੇ ਕੀਤੀ, 2.5 ਘੰਟੇ ਹੱਥ ਥੱਲੇ, ਵਚਨ ਕਿੰਨੇ ਨੇ ਹੱਥ ਥੱਲੇ ਸੀ। ਬੜੇ ਇੱਥੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਅਗਲੇ ਐਤਵਾਰ ਅਸੀਂ ਚਰਚ ਆਉਣਾ ਕਦੋਂ। ਹਾਲੇਲੂਇਆ। ਇਹ ਵੀ ਨਹੀਂ ਪਤਾ ਹੁੰਦਾ ਵੀ ਅਗਲੇ ਐਤਵਾਰ ਚਰਚ ਇਹਨਾਂ ਨੇ ਆਉਣਾ ਕਦੇ। ਆਮੀਨ, ਆਮੀਨ, ਆਮੀਨ। ਕੋਈ ਬੋਲਦਾ ਇੱਥੇ ਇਹਨੂੰ ਜੋ ਚੱਲ ਗਏ। ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਯਿਸੂ ਮਸੀਹ ਕੀ। ਹੁਣ ਤਾਂ ਹਾਲੇਲੂਇਆ ਕਹਿੰਦਾ ਵੀ ਥਕਾਵਟ ਜੀ ਹੁੰਦੀ ਹੈ ਤਾਂ ਜੈ ਕਹਿੰਦਾ ਵੀ ਜੈ ਹੀ ਨਿਕਲਦੀ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕੀ ਜੈ, ਪ੍ਰਭੂ ਯਿਸੂ ਮਸੀਹ ਕੀ ਜੈ। ਜਦੋਂ ਮੁਕਤੀ ਦਾਤਾ ਉਦਾਰ ਕਰਤਾ ਮੰਗਿਆ, ਉਹਦੀ ਜੈ ਕਹਿਣ ਤੋਂ ਹੌਲੀ ਹੌਲੀ ਜੈ, ਹੌਲੀ ਜੈ ਹੀ ਨਿਕਲਦੀ, ਬਸ ਜੈ ਤੇ ਹਵਾ ਨਿਕਲ ਜਾਂਦੀ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਯਿਸੂ ਮਸੀਹ ਕੀ ਜੈ। ਹੁਣ ਬੋਲੇ ਜੈ। ਅੱਜ ਪਾਸਟਰ ਨੂੰ ਜੈ ਬੁਲਾ ਕੇ ਹੀ ਛੱਡਣੀ ਕਹਿੰਦੇ। ਹਾਲੇਲੂਇਆ ਨਾਲ ਕੀ ਹੋਇਆ ਜੀ? ਹਾਲੇਲੂਇਆ ਨਾਲ ਪੂਰਾ ਜਰੀਓ ਦੀਆਂ ਦੁਆਰਾਂ ਹਿੱਲ ਗਈਆਂ ਸੀ, ਦੁਆਰਾਂ ਹਿੱਲ ਗਈਆਂ ਸੀ। ਔਰ ਹਾਲੇਲੂਇਆ ਨਾਲ ਧਰਤੀ ਹਿੱਲ ਜਾਂਦੀ ਆ, ਦੁਸ਼ਟ ਦੀਆਂ ਜੜ੍ਹਾਂ ਹਿੱਲ ਜਾਂਦੀਆਂ, ਸ਼ੈਤਾਨ ਦੀਆਂ। ਹਾਲੇਲੂਇਆ ਇੱਕ ਐਸਾ ਸ਼ਬਦ ਆ ਨਾ, ਪਾਵਰਫੁਲ ਸ਼ਬਦ ਆ, ਪਰਮੇਸ਼ਰ ਦੀ ਵਿੜਾਈ ਮਹਿਮਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਪਰਮੇਸ਼ਰ ਦਾ। ਜਦੋਂ ਭੈਣ ਦਵਾਈ ਦੇ ਕੇ ਕਹਿੰਦੇ ਸੀ ਖੁਸ਼ ਆ, ਕਹਿੰਦੇ ਸਾਰੇ ਚਰਚ ਚ ਭੇੜੇ। ਹਾਲੇਲੂਇਆ। ਇਹ ਵੀ ਬਹੁਤ ਵੱਡੀ ਗਵਾਹੀ, ਸਾਰਾ ਪਰਿਵਾਰ ਪਰਮੇਸ਼ਰ ਦੀ ਹਜ਼ੂਰੀ ਚ, ਬਹੁਤ ਵੱਡੀ ਗਵਾਹੀ। ਕਿ ਬੜੀ ਕਿੰਨਾ ਦੇ ਹਾਲੇਲੂਇਆ। ਔਰ ਜਿਹੜੇ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਤੁਹਾਡੇ ਤੇ ਮੇਰੇ ਵਾਸਤੇ ਦੇ ਦਿੱਤਾ, ਉਹਦਾ ਪਵਿੱਤਰ ਲਹੂ ਵਹਾਇਆ ਗਿਆ, ਉਹਦੇ ਕੋੜੇ ਮਾਰੇ ਗਏ। ਅੱਜ ਜਦੋਂ ਅਸੀਂ ਬਿਮਾਰ ਹੁੰਨੇ ਆ, ਜਦੋਂ ਦੁੱਖ ਤਕਲੀਫ 'ਚ ਹੁੰਨੇ ਆ, ਜਦੋਂ ਪਰਮੇਸ਼ਰ ਨੂੰ ਫਟਕਾਰ ਮਾਰ ਦਿੰਦੇ ਆ ਕਿ ਯਿਸੂ ਨੇ ਮੈਨੂੰ ਕੀ ਦਿੱਤਾ, ਕੀ ਮਿਲਿਆ ਸਾਨੂੰ। ਸਾਡੇ ਤਾਂ ਬੱਚੇ ਰੋਂਦੇ ਪਏ, ਅਸੀਂ ਦੁਖੀ ਬਿਮਾਰ ਆ, ਸਾਡੇ ਘਰ ਦਾ ਕੀ ਬਣਿਆ, ਸਾਡਾ ਤਾਂ ਕੋਈ ਕੰਮ ਹੋਇਆ। ਉਹੀ ਯਿਸੂ ਨੇ ਸਲੀਬ ਉੱਤੇ ਤੁਹਾਡੇ ਤੇ ਮੇਰੇ ਵਾਸਤੇ ਕੋੜੇ ਖਾਦੇ, ਕਿਲਟ ਗਵਾਏ, ਕੰਡੇ ਦਾ ਤਾਜ ਪਹਿਨਿਆ, ਕਿਉਂਕਿ
ਸਭ ਤੋਂ ਪਹਿਲਾਂ ਜਦੋਂ ਬਰਕਤ ਦਿੰਦਾ ਵਾ ਉਹ ਤੋੜਦਾ ਵਾ, ਉਹ ਜਦੋਂ ਤੋੜਦਾ ਵਾ ਉਹ ਬਰਕਤ ਫੇਰ ਦਿੰਦਾ ਵਾ। ਜਦੋਂ ਆਖਰੀ ਸਮੇਂ ਵਿੱਚ ਪ੍ਰਭੂ ਯੀਸ਼ੂ ਨੇ ਆਪਣੇ ਚੇਲਿਆਂ ਨਾਲ ਪ੍ਰਭੂ ਭੋਜ ਕੀਤਾ ਔਰ ਉਹਨੇ ਕਿਹਾ, ਰੋਟੀ ਲਈ ਤੋੜੀ ਔਰ ਬਰਕਤ ਮੰਗੀ, ਕਹਿੰਦਾ ਇਹ ਮੇਰਾ ਸਰੀਰ ਆ ਜੋ ਤੁਹਾਡੇ ਪਾਪਾਂ, ਤੁਹਾਡੇ ਗੁਨਾਹਾਂ, ਤੁਹਾਡੀਆਂ ਬਿਮਾਰੀਆਂ ਵਾਸਤੇ ਦਿੱਤਾ ਗਿਆ। ਇਸੇ ਤਰ੍ਹਾਂ ਜਦੋਂ ਤੁਸੀਂ ਪਾਪ ਵਿੱਚ ਹੁੰਦੇ ਆ, ਜਦੋਂ ਤੁਸੀਂ ਗੁਨਾਹ ਵਿੱਚ ਹੁੰਦੇ ਆ, ਜਦੋਂ ਤੁਸੀਂ ਤਕਲੀਫ ਵਿੱਚ ਹੁੰਦੇ ਆ, ਸਭ ਤੋਂ ਪਹਿਲਾਂ ਤੁਹਾਨੂੰ ਅੰਦਰੋਂ ਤੋੜਦਾ ਵਾ, ਉਹ ਬਰਕਤ ਵੀ ਫੇਰ ਦਿੰਦਾ ਵਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਉਹਦਾ ਸਰੀਰ ਤੋੜਿਆ ਗਿਆ, ਸਲੀਬ ਉੱਤੇ ਚੜਾ ਦਿੱਤਾ ਗਿਆ, ਉਸ ਤੋਂ ਬਾਅਦ ਜਿਸ ਦਿਨ ਜਿੰਦਾ ਹੋ ਗਿਆ। ਇਸੇ ਤਰ੍ਹਾਂ ਉਹ ਤੁਹਾਡੇ ਵਿੱਚ ਵੀ ਕੋਈ ਬਿਮਾਰੀ ਮਾਂਦਗੀ ਹੁੰਦੀ ਆ, ਕੋਈ ਤਕਲੀਫ ਹੁੰਦੀ ਆ, ਸਭ ਤੋਂ ਪਹਿਲਾਂ ਪਰਤਾਵੇ ਵਿੱਚ ਲਿਆ ਕੇ ਉਹ ਤੁਹਾਨੂੰ ਅੰਦਰੋਂ ਤੋੜਦਾ ਵਾ। ਕਿਉਂਕਿ ਜਿੰਨਾ ਚਿਰ ਤੁਸੀਂ ਅੰਦਰੋਂ ਟੁੱਟਦੇ ਨਹੀਂ, ਤੁਸੀਂ ਪਰਮੇਸ਼ਰ ਦੇ ਅੱਗੇ ਅਧੀਨ ਨਹੀਂ ਹੁੰਦੇ। ਔਰ ਜਦੋਂ ਟੁੱਟ ਜਾਂਦੇ ਆ, ਤੁਸੀਂ ਪਰਮੇਸ਼ਰ ਅੱਗੇ ਅਧੀਨ ਹੁੰਦੇ ਆ। ਕਿਉਂਕਿ ਜਿਹਨੂੰ ਤੋੜਦਾ ਬਰਕਤ ਵੀ ਉਹਨੂੰ ਦਿੰਦਾ, ਔਰ ਜਿਹਨੂੰ ਚੁਣਦਾ ਉਹ ਛੇਕਦਾ ਵੀ ਉਹਨੂੰ ਹੀ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਸਭ ਤੋਂ ਪਹਿਲਾਂ ਉਹ ਵਿਸ਼ਵਾਸੀ ਨੂੰ ਚੈੱਕ ਕਰਦਾ ਵਾ, ਖੜਕਾ ਕੇ ਬਾਕੀ ਭਾਂਡਾ ਹੈ ਵਰਤਣ ਯੋਗ ਨਹੀਂ। ਤੁਸੀਂ ਜੋ ਮਰਜ਼ੀ ਗੱਲ, ਪਰਮੇਸ਼ਰ ਨੂੰ ਪਤਾ ਹੁੰਦਾ ਨਹੀਂ ਕਿੰਨੀ ਦੌੜ ਉਹਨੂੰ ਪਤਾ ਹੁੰਦਾ ਕਿੱਥੇ ਕਿਹਨੇ ਕਹਿਣਾ ਹੱਥ ਖੜੇ ਕਰ। ਪਰਮੇਸ਼ਰ ਦਿਲਾਂ ਤੇ ਕੀਤਿਆਂ ਨੂੰ ਜਾਣਨ ਵਾਲਾ ਪਰਮੇਸ਼ਰ। ਕਿਉਂਕਿ ਜਦੋਂ ਪ੍ਰਭੂ ਯੀਸ਼ੂ ਨੇ ਆਪਣੇ 12 ਚੇਲਿਆਂ ਨਾਲ ਆਖਰੀ ਭੋਜਨ ਕੀਤਾ ਤੇ ਰੋਟੀ ਲੈ ਕੇ ਬਰਕਤ ਮੰਗੀ, ਤੋੜੀ, ਕਹਿੰਦਾ ਮੇਰਾ ਸਰੀਰ ਤੁਹਾਡੇ ਪਾਪਾਂ ਔਰ ਤੁਹਾਡੇ ਗੁਨਾਹਾਂ, ਤੁਹਾਡੀਆਂ ਬਿਮਾਰੀਆਂ ਵਾਸਤੇ ਤੋੜਿਆ। ਤੁਹਾਡੀ ਸ਼ਰਮਿੰਦਗੀ, ਤੁਹਾਡੇ ਪਾਪ, ਤੁਹਾਡੇ ਗੁਨਾਹ ਜੋ ਤੁਹਾਡੇ ਮਨ 'ਚ ਗੰਦੇ ਵਿਚਾਰ ਦਿਮਾਗ 'ਚ ਚੱਲਦੇ ਆ, ਉਹਦੇ ਕੰਡੇ ਦਾ ਤਾਜ ਪਹਿਨਿਆ ਗਿਆ। ਜੋ ਅੱਜ ਤੁਸੀਂ ਗੱਲਾਂ ਲੈ ਕੇ ਬੈਠੇ ਆ, ਉਹਦੇ ਵਾਸਤੇ ਸਲੀਬ ਤੇ ਕੁਰਬਾਨੀ ਦੇ ਦਿੱਤੀ ਆ। ਕਿਉਂ? ਕਿਉਂਕਿ ਤੁਹਾਡੀ ਦਿਮਾਗ ਦੀ ਸ਼ੁੱਧਤਾ ਬਣੀ ਰਹੇ। ਹੱਥਾਂ ਵਿੱਚ ਕਿਲ ਕਿਉਂ ਠਕਵਾਏ? ਕਿ ਤੁਹਾਡੇ ਹੱਥ ਪਾਪ ਨਾ ਕਰਨ, ਰੋਕਿਆ ਜਾ ਸਕੇ। ਤੁਹਾਡੇ ਕਦਮ ਉਸ ਪਾਪ, ਉਸ ਨਰਕ ਵਿੱਚ ਨਾ ਚਲੇ ਜਾਣ, ਉਹਨੂੰ ਕਿਲ ਠਕਵਾਉਣੇ ਪਏ, ਕੋੜੇ ਖਾਣੇ ਪਏ। ਕਿਉਂ? ਕਿਉਂਕਿ ਤੁਹਾਨੂੰ ਅਨੰਤ ਜੀਵਨ ਮਿਲ ਸਕੇ, ਤੁਹਾਨੂੰ ਪਾਪਾਂ ਤੋਂ ਮਾਫੀ ਮਿਲ ਚੁੱਕੇ। ਸਲੀਬ ਦਾ ਕੀ ਅਰਥ ਆ? ਕਿਉਂ ਕਰੂਸ ਅਸੀਂ ਘਰ ਵਿੱਚ ਟੰਗਦੇ ਆ? ਕਿਉਂਕਿ ਜਿਹੜਾ ਕਰੂਸ ਆ ਉਹ ਧਰਤੀ ਤੋਂ ਸਵਰਗ ਨਾਲ ਜੋੜਦਾ ਵਾ। ਹਾਲੇਲੂਇਆ। ਕਿਉਂਕਿ ਜਦੋਂ ਧਰਤੀ ਵਿੱਚ ਗੱਡਿਆ ਤੇ ਪਤਾਲ ਦੀਆਂ ਗਹਿਰਾਈਆਂ ਤੱਕ ਮੁਰਦੇ ਉੱਠ ਖੜੋਏ, ਔਰ ਜਦੋਂ ਕਰੂਸ ਤੇ ਪ੍ਰਭੂ ਯਿਸੂ ਨੇ ਜਾਨ ਦਿੱਤੀ ਤਾਂ ਸਿੱਧਾ ਸਵਰਗ ਦਾ ਦਰਵਾਜ਼ਾ ਖੁੱਲ ਗਿਆ, ਮੁਕਤੀ ਦਾ ਦਰਵਾਜ਼ਾ ਖੁੱਲ ਗਿਆ। ਔਰ ਜਦੋਂ ਉਹਨੇ ਸਲੀਬ ਤੇ ਹੱਥ ਫੈਲਾਏ ਤਾਂ ਮੇਲ ਮਿਲਾਪ ਲਈ ਹੱਥ ਫੈਲਾਏ, ਸਾਨੂੰ ਮੇਲ ਮਿਲਾਪ ਦੀ ਖੁਸ਼ਖਬਰੀ ਦੇ ਦਿੱਤੀ। ਕਿਉਂਕਿ ਉਹ ਤੁਹਾਡੇ ਉਹ ਜਗਤ ਦੇ ਪਾਪਾਂ ਦਾ ਲੇਖਾ ਨਹੀਂ ਸੀ ਕਰਦਾ, ਉਹ ਮਸੀਹ ਯਿਸੂ ਵਿੱਚ ਪਰਮੇਸ਼ਰ ਕੀ ਕਰਦਾ ਸੀ? ਮਿਲਾ ਰਿਹਾ ਸੀ। ਅੱਜ ਪਾਪਾਂ ਦਾ ਲੇਖਾ ਤਾਂ ਨਹੀਂ ਹੋ ਰਿਹਾ ਕਿਸੇ ਦਾ। ਹਾਲੇਲੂਇਆ, ਹਾਲੇਲੂਇਆ। ਦੂਸਰਾ ਤਮੋਥੀਅਸ 1:15, ਦੂਸਰਾ ਕਰੰਥੀਆਂ 5:19 ਪੜ੍ਹੀਏ। ਦੂਸਰਾ ਕਰੰਥੀਆਂ 5:19 ਪੜ੍ਹੀਏ। ਦੂਸਰਾ ਕਰੰਥੀਆਂ 5:19 ਹੈ। ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ। ਕਹਿੰਦਾ ਸਰਵ ਸ਼ਕਤੀਮਾਨ ਪਰਮੇਸ਼ਰ ਮਸੀਹ ਯਿਸੂ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਕੀ ਕਰ ਰਿਹਾ ਸੀ? ਮਿਲਾ ਰਿਹਾ ਸੀ। ਆਪਣੇ ਨਾਲ ਮਿਲਾ ਰਿਹਾ ਸੀਗਾ। ਉਹਨਾਂ ਨੂੰ ਪਾਪਾਂ ਦੀ ਮਾਫੀ ਦੇ ਰਿਹਾ ਸੀ, ਉਹਨਾਂ ਦੁੱਖਾਂ ਕਸ਼ਟਾਂ ਤੋਂ ਕੱਢ ਕੇ, ਪਾਪ ਚੋਂ ਕੱਢ ਕੇ ਆਪਣੇ ਨਾਲ ਮਿਲਾ ਰਿਹਾ ਸੀ। ਤੌਬਾ ਦਾ ਰਾਸਤਾ ਖੋਲ ਦਿੱਤਾ, ਬਪਤਿਸਮੇ ਦਾ ਰਾਸਤਾ ਖੋਲ ਦਿੱਤਾ, ਸਵਰਗ ਦਾ ਰਾਹ ਖੋਲ ਦਿੱਤਾ ਸਾਡੇ ਵਾਸਤੇ। ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ। ਜਗਤ ਨੂੰ ਕੀ ਕਰ ਰਿਹਾ ਸੀ? ਆਪਣੇ ਨਾਲ ਮਿਲਾ ਰਿਹਾ ਸੀ। ਜਿਹੜੇ ਪਾਪੀ, ਗੁਨਾਹ, ਸ਼ਰਮਿੰਦਗੀ ਦੇ ਮਾਰੇ ਹੋਏ, ਥੱਕੇ, ਭਾਰੇ, ਦੱਬੇ ਹੋਏ ਸਾਰੇ ਲੋਕ ਨੂੰ ਕੀ ਆਪਣੇ ਨਾਲ ਮਿਲਾ ਰਿਹਾ ਸੀ। ਜਿਹੜੇ ਹਾਰ ਚੁੱਕੇ ਸੀ, ਪਾਪ ਤੋਂ, ਸ਼ੈਤਾਨ ਤੋਂ ਹਾਰ ਚੁੱਕੇ ਸੀ। ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ। ਉਹਨਾਂ ਦੇ ਪਾਪਾਂ ਦਾ ਲੇਖਾ ਨਹੀਂ ਕਰਦਾ ਸੀ। ਕਿਉਂਕਿ ਜਦੋਂ ਪਾਪਾਂ ਦਾ ਲੇਖਾ ਕਰ ਦਿੱਤਾ ਜਾਵੇ ਤਾਂ ਕੀ ਹੁੰਦੀ ਆ? ਮੌਤ ਹੁੰਦੀ ਹੈ। ਪਾਪ ਦੀ ਸਜ਼ਾ ਕੀ ਹੈ?
ਪਾਪ ਦੀ ਮਨਜ਼ੂਰੀ ਕੀ ਆ? ਤੇ ਤੁਹਾਡੇ ਤਾਂ ਮੇਰੇ ਹਲੇ ਲੇਖਾ ਤਾਂ ਨਹੀਂ ਹੋਇਆ ਪਾਪਾਂ ਦਾ, ਜਗਤ ਦਾ ਵੀ ਨਹੀਂ ਹੋਇਆ। ਕਹਿੰਦਾ ਹਲੇ ਪਰਮੇਸ਼ਰ ਪਾਪਾਂ ਦਾ ਲੇਖਾ ਨਹੀਂ ਕਰਦਾ ਸੀਗਾ ਕਿ ਇਹਦੇ